ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰੇ ਅਤੇ ਸ਼ਾਮ ਨੂੰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ 2 ਮਈ ਦਿਨ ਸੋਮਵਾਰ ਅਤੇ ਸਾਡੇ ਨਾਲ ਸ਼ਾਮ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣ ਰਹੇ ਸਰੋਤਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਇਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਉਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕੋਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤਾਂ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। 9 ਮਈ ਤੱਕ SYL ਦੇ ਉੱਤੇ ਫੈਸਲਾ ਆਉਣ ਦੀ ਉਮੀਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਕਿ ਜਿਹੜੀ ਸੁਣਵਾਈ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ, ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਸੁਪਰੀਮ ਕੋਰਟ ਆਪਣਾ ਦੇ ਦੂਗੀ। ਐਕਚੁਅਲੀ ਫੈਸਲਾ ਘੱਟ ਇਹ ਸਲਾਹ ਹੋਣੀ ਹੈ ਜਿਹੜੀ ਕਿ ਰਾਸ਼ਟਰਪਤੀ ਨੇ ਮੰਗੀ ਹੋਈ ਆ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਦੇ ਬਾਰੇ ਦੇ ਵਿੱਚ ਜੀ। ਇਹ ਫੈਸਲਾ ਕੀ ਆਊਗਾ ਇਹ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ। 5 ਰਾਜ ਸੀਗੇ ਜਿਨ੍ਹਾਂ ਤੋਂ ਉਹਨੇ ਸੁਪਰੀਮ ਕੋਰਟ ਨੇ ਉਹਨਾਂ ਦਾ ਪੱਖ ਜਿਹੜਾ ਉਹ ਮੰਗਿਆ ਸੀਗਾ। ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਨੂੰ ਇਹਦੇ ਬਾਰੇ ਆਪੋ ਆਪਣੀਆਂ ਦਲੀਲਾਂ ਤੇ ਜਿਹੜੀ ਪ੍ਰਤੀਕਿਰਿਆ ਉਹ ਦੇਣ ਦੇ ਵਾਸਤੇ ਆਖਿਆ ਗਿਆ ਸੀਗਾ। ਪੰਜਾਬ ਨੇ ਆਪਣਾ ਪੱਖ ਜਿਹੜਾ ਦੀ ਉਹ ਰੱਖਿਆ। ਉਹਨੇ ਕਿਹਾ ਕਿ ਜਦੋਂ ਇਹ ਸਮਝੌਤਾ ਹੋਇਆ ਸੀਗਾ ਉਦੋਂ ਹੋਰ ਗੱਲ ਸੀਗੀ, ਹੁਣ ਪਾਣੀ ਸਾਡੇ ਕੋਲੇ ਬਹੁਤਾ ਹੈ ਨਹੀਂ ਗਾ ਤੇ ਗੈਰ ਰਿਪੇਰੀਅਨ ਸੂਬੇ ਜਿਹੜੇ ਨੇ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਾਡੇ ਕੋਲੇ ਫਾਲਤੂ ਜਿਹੜਾ ਜੀ ਉਹ ਨਹੀਂ ਹੈਗਾ। ਆਈ ਥਿੰਕ ਜਿਹੜਾ ਇਹਦੇ ਵਿੱਚ ਟੈਕਨੀਕਲ ਪੱਖ ਜਿਹੜਾ ਹਮੇਸ਼ਾ ਪੰਜਾਬ ਨੇ ਮਿਸ ਕੀਤਾ। ਇਹਦੇ ਵਿੱਚ ਵੀ ਜਿਹੜੀ ਹੈ ਜੀ ਉਹੀ ਗੱਲ ਹੋਈ ਹੈ ਕਿ ਉਦੋਂ ਵਾਲੇ ਸਮਝੌਤੇ ਵਾਲੀ ਜਿਹੜੀ ਗੱਲ ਹੈ, ਜਦੋਂ ਤੁਸੀਂ ਸਮਝੌਤੇ ਦਾ ਜ਼ਿਕਰ ਜਿਹੜਾ ਪੁਰਾਣਾ ਵਿੱਚ ਕਰ ਦਿੰਦੇ ਹੋ, ਇੱਕ ਕਿਸਮ ਦੇ ਨਾਲ ਤੁਸੀਂ ਅੱਧਾ ਕੇਸ ਜਿਹੜਾ ਆਪਣਾ ਜੀ ਆਪਦੇ ਵਿਰੋਧ ਦੇ ਵਿੱਚ ਕਰ ਲੈਂਦੇ ਹੋ ਕਿ ਸਮਝੌਤਾ ਜਿਹੜਾ ਉਹ ਕੀਤਾ ਸੀ, ਜਦੋਂ ਕਿ ਇਹਨੂੰ ਕੱਟਣਾ ਚਾਹੀਦਾ ਕੰਪਲੀਟਲੀ ਕਿ ਇਹਦੇ ਵਾਸਤੇ ਰਿਪੇਰੀਅਨ ਜਿਹੜਾ ਲਾਅ ਹੈ ਉਹ ਕੀ ਕਹਿੰਦਾ ਉਹਨੂੰ ਜਿਹੜਾ ਦੀ ਉਹ ਦੇਖਿਆ ਜਾਵੇ। ਉਸ ਵੈਸੇ ਮੁੱਖ ਮੰਤਰੀ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕੱਲ ਉਹਨਾਂ ਨੇ ਸੰਗਤ ਦਰਸ਼ਨ ਦੇ ਦੌਰਾਨ ਮਾਲਵੇ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਫੈਸਲਾ ਆਉਣ ਵਾਲਾ। ਉਹਨਾਂ ਨੇ ਇਸ਼ਾਰਾ ਕੁਛ ਇਸ ਕਿਸਮ ਦਾ ਕੀਤਾ ਕਿ ਪੰਜਾਬ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਇਹ ਫੈਸਲਾ ਆ ਸਕਦਾ ਤੇ ਲੜਾਈ ਦੇ ਵਾਸਤੇ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਤਿਆਰ ਰਹਿਣਾ ਚਾਹੀਦਾ। ਹੁਣ ਇਹ ਕਿਹੋ ਜਿਹਾ ਫੈਸਲਾ ਜਿਹਦਾ ਇਸ਼ਾਰਾ ਜਿਹੜਾ ਜੀ ਮੁੱਖ ਮੰਤਰੀ ਕਰ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਆਊਗਾ, ਇਹਦੇ ਵਾਸਤੇ ਆਈ ਥਿੰਕ 9 ਤਰੀਕ ਦੀ ਇੰਤਜ਼ਾਰ ਹੀ ਜਿਹੜੀ ਹੈ ਉਹ ਕਰਨੀ ਪੈਣੀ ਆ। ਪਰ ਇੱਕ ਗੱਲ ਤਕਰੀਬਨ ਮੁੱਖ ਮੰਤਰੀ ਦੇ ਇਸ਼ਾਰੇ ਤੋਂ ਸਪਸ਼ਟ ਹੀ ਜਿਹੜੀ ਜਾਪਦੀ ਹੈ ਕਿ ਇਹ ਮੁੱਦੇ ਦੇ ਉੱਤੇ ਹੀ ਚੋਣ ਮੈਦਾਨ ਦੇ ਵਿੱਚ ਅਕਾਲੀ ਦਲ ਕੁੱਦੂਗਾ ਜੀ। ਜਿੱਦਾਂ ਦੀ ਉਮੀਦ ਆ ਵੀ ਇਹ ਪੰਜਾਬ ਦੇ ਬਹੁਤੇ ਹੱਕ ਦੇ ਵਿੱਚ ਨਹੀਂ ਆਊਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਇਸ਼ਾਰੇ ਵੀ ਕੀਤੇ ਆ ਵੀ ਕੁਛ ਅਸੀਂ ਕਰਾਂਗੇ, ਤੇ ਕੀ ਇਸ ਨੂੰ ਚੱਲਦਿਆਂ ਦੇਖਦੇ ਭਾਵਨਾਵਾਂ ਨੂੰ ਜਿਹੜਾ ਜੀ ਆਪਣੇ ਪੱਖ 'ਚ ਲੈਣ ਦੇ ਲਈ ਸਰਕਾਰ ਅਸਤੀਫੇ ਦੇ ਕੇ ਚੋਣਾਂ ਜਲਦੀ ਕਰਾ ਸਕਦੇ ਨੇ? ਪੋਸੀਬਿਲਿਟੀ ਜਿਹੜੀ ਹੈ ਜੀ ਉਹ ਹੈਗੀ ਹੈ। ਦੇਖੋ ਮੈਂ ਫਿਰ ਕਹਾਂ ਇਹ ਫੈਸਲਾ ਨਹੀਂ ਆਉਣਾ, ਇਹ ਸਲਾਹ ਆਉਣੀ ਹੈ। ਸਲਾਹ ਜਿਹੜੀ ਹੈ ਜੀ ਜਿਹੜੀ ਆਉਣ ਦੀ ਉਮੀਦ ਹੈ ਉਹ ਇਹ ਹੋ ਸਕਦੀ ਹੈ ਜੀ ਕਿ ਰਾਸ਼ਟਰਪਤੀ ਜਿਹੜਾ ਜੀ ਇਹ ਪੰਜਾਬ ਜਿਹੜਾ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ 2004 ਹੈ ਇਹਦੇ ਉੱਤੇ ਸਹੀ ਨਾ ਪਾਉਣ। ਇਹ ਫੈਸਲਾ ਜਿਹੜਾ ਜੀ ਹੋ ਸਕਦਾ। ਜੇ ਇਹ ਹੁੰਦਾ ਤੇ ਫਿਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸ਼ਿਕੰਜਾ ਜਿਹੜਾ ਕੱਸੂਗੀ ਤੇ ਫਿਰ ਇਹ ਕਹਿਣਗੇ ਜੀ ਅਸੀਂ ਤਾਂ ਜਿਹੜਾ ਜੀ ਇਹ ਧੱਕਾ ਨਹੀਂ ਸਹਿੰਦੇ, ਫਿਰ ਅਸਤੀਫਾ ਜਿਹੜਾ ਜੀ ਉਹ ਦੇ ਸਕਦੇ ਨੇ। ਸੰਭਾਵੀ ਰੂਪ ਦੇ ਵਿੱਚ ਜਿਵੇਂ ਦੇਖਿਆ ਜਾ ਰਿਹਾ ਕਿ ਅਰਲੀ ਚੋਣਾਂ ਕਰਾਈਆਂ ਜਾ ਸਕਦੀਆਂ ਨੇ, ਪਰ ਇਹ ਅਰਲੀ ਚੋਣਾਂ ਵਾਲੀ ਗੱਲ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਚੱਲਦੀ ਸੀਗੀ। ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਨੇ ਜਿਹੜੇ ਆਪਣੇ ਸਰਵੇ ਕਰਾਏ ਨੇ, ਇੰਟਰਨਲ ਜਿਹੜੇ ਸਰਵੇ ਨੇ, ਜੋ ਲੂ ਕੰਡੇ ਉਹਦੇ ਅਕਾਲੀ ਦਲ ਦੇ ਖੜੇ ਕੀਤੇ ਨੇ ਉਹਨਾਂ ਇੰਟਰਨਲ ਸਰਵੇ ਨੇ, ਕੀ ਉਹ ਰਿਸਕ ਜਿਹੜਾ ਜੀ ਉਹ ਲੈਣਗੇ ਅਕਾਲੀ ਦਲ ਵਾਲੇ? ਇਹ ਉਹ ਤੋਂ ਅਗਲਾ ਸਵਾਲ ਹੈ ਜੀ ਉਹਦੇ ਨਾਲ ਜੁੜਦਾ ਹੁਣ ਜਦੋਂ ਕਿ ਜਿਹੜੇ ਬਦਲੇ ਹੋਏ ਹਾਲਾਤਾਂ 'ਚ। ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਗੈਂਗਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਊਗਾ।
ਐਕਚੁਅਲੀ ਜੀ ਇਹ ਜਿਹੜੇ ਗੈਂਗਸਟਰ ਨੇ ਗੈਂਗ ਜਿਹੜੇ ਪੰਜਾਬ ਦੇ ਵਿੱਚ ਨੇ, ਆਪਾਂ ਬੜੀ ਵਾਰੀ ਗੱਲ ਜਿਹੜੀ ਹੈ ਜੀ ਇਹਦੀ ਕੀਤੀ ਆ। ਹਾਂ, ਹੁਣ ਗੱਲ ਜਿਹੜੀ ਇਹਦੀ ਆ ਪੰਜਾਬ ਪੁਲਿਸ ਨੇ ਕੀਤੀ ਆ ਜੀ। ਪੰਜਾਬ ਪੁਲਿਸ ਨੇ ਜਿਹੜਾ ਜੀ ਰਾਜ ਦੇ ਵਿੱਚ ਗੈਂਗਵਾਰ ਤੇ ਜਿਹੜੇ ਇਦਾਂ ਦੇ ਗਰੋਹ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਕੱਸਣ ਦੇ ਵਾਸਤੇ IG ਜਿਹੜੇ ਨੇ ਜੀ ਉਹਦੀ ਅਗਵਾਈ ਦੇ ਹੇਠ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਜੀ ਉਹ ਬਣਾ ਦਿੱਤੀ ਹੈ। ਇਹਦੇ ਵਾਸਤੇ ਜਿਹੜੀ ਹੈ ਜੀ ਮੀਟਿੰਗ ਬਕਾਇਦਾ ਤੌਰ ਦੇ ਉੱਤੇ ਹੋਈ ਆ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਹੇਠ। ਇਹ ਵੀ ਗੱਲ ਆਖੀ ਗਈ ਆ ਕਿ ਇਹ ਦੁਬਾਰਾ ਫਿਰ ਜਿਹੜੀ ਦੀ ਮੀਟਿੰਗ ਹਫ਼ਤੇ ਤੋਂ ਬਾਅਦ ਜਿਹੜੀ ਹੈ ਜੀ ਇਹ ਕੀਤੀ ਜਾਊਗੀ। ਇਹਦੇ ਵਿੱਚ ਜਿਹੜਾ ਜੀ ਸੀਨੀਅਰ ਆਫੀਸਰ ਜਿਹੜੇ ਉਹ ਲਏ ਗਏ ਨੇ। ਇਹ ਆਖਿਆ ਗਿਆ ਜੀ ਕਿ ਕਿਹੜੇ ਕਿਹੜੇ ਗੈਂਗ ਜਿਹੜੇ ਆਪਰੇਟ ਕਰਦੇ ਨੇ, ਉਹਨਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਸਾਰਾ ਡਾਟਾ ਜਿਹੜਾ ਜੀ ਉਹ ਇਕੱਠਾ ਕੀਤਾ ਜਾਵੇ। ਉਹ ਕਿਉਂ ਇਹ ਗੈਂਗਸਟਰ ਜਿਹੜਾ ਜੀ ਬਣੇ, ਇਹ ਸਾਰੀ ਜਿਹੜੀ ਹੈ ਜੀ ਪਤਾ ਲਾਇਆ ਜਾਵੇ। ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਗੈਂਗਸਟਰ ਨੇ ਇਹ ਮਰਜ਼ੀ ਦੇ ਨਾਲ ਉਹਨਾਂ ਨੇ ਆਪਣੇ ਰਾਹ ਚੁਣੇ ਨੇ, ਸ਼ਾਹੀ ਜ਼ਿੰਦਗੀ ਜਿਹੜੀ ਹੈ ਜਿਉਂਦੇ ਨੇ। ਸਿਆਸਤਦਾਨ ਤੇ ਪੁਲਿਸ ਵਾਲਿਆਂ ਦੇ ਨਾਲ ਇਹਨਾਂ ਦੀ ਬਹੁਤ ਨੇੜਤਾ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਇਹ ਆਪਣੇ ਫੇਸਬੁੱਕ ਵਗੈਰਾ ਜਿਹੜੇ ਜੀ ਉਹ ਅਪਡੇਟ ਕਰ ਰਹੇ ਨੇ। ਆ ਜਿਹੜਾ ਹੁਣੇ ਜਸਵਿੰਦਰ ਰੌਕੀ ਦਾ ਜਿਹੜਾ ਕਤਲ ਹੋਇਆ, ਉਦੋਂ ਬਾਅਦ ਤਾਂ ਫੇਸਬੁੱਕ ਦੇ ਉੱਤੇ ਜਿਹੋ ਜਿਹੀ ਵਾਰ ਜਿਹੜੀ ਆ ਉਹ ਚੱਲੀ ਹੋਈ ਆ, ਜਿਹੋ ਜਿਹੇ ਕਮੈਂਟ ਸਿੱਧੇ ਸਿੱਧੇ ਪੁਲਿਸ ਅਫਸਰਾਂ ਨੂੰ ਇਹਨਾਂ ਨੇ ਜਿਹੜੇ ਆ ਜੀ ਉਹ ਕੀਤੇ ਆ। ਉਦੋਂ ਬਾਅਦ ਅੱਖਾਂ ਪੂੰਝਣ ਦੇ ਵਾਸਤੇ ਕੁਛ ਨਾ ਕੁਛ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਉਹ ਕਰਨਾ ਹੀ ਪੈਣਾ ਸੀਗਾ। ਹੁਣ ਸਵਾਲਾਂ ਦਾ ਸਵਾਲ ਜਿਹੜਾ ਨਾ ਜੀ ਇਹਦੇ ਵਿੱਚੋਂ ਇਹ ਆ ਕਿ ਕੀ ਪੁਲਿਸ ਜਿਹੜੀ ਆ ਜੀ ਉਹ ਇਹਨਾਂ ਦੇ ਉੱਤੇ ਸ਼ਿਕੰਜਾ ਕੱਸ ਸਕੂਗੀ? ਕਿਉਂਕਿ ਸਿਆਸਤਦਾਨਾਂ ਦੇ ਨਾਲ ਤੇ ਪੁਲਿਸ ਵਾਲਿਆਂ ਦੇ ਨਾਲ ਜਿਹੜਾ ਜੀ ਇਹਨਾਂ ਦੇ ਸਬੰਧ ਬਹੁਤ ਨੇੜਲੇ ਨੇ। ਜਦੋਂ ਕੱਲ ਰੌਕੀ ਦਾ ਅੰਤਿਮ ਸੰਸਕਾਰ ਜਿਹੜਾ ਜੀ ਫਾਜ਼ਿਲਕਾ ਦੇ ਵਿੱਚ ਹੋਇਆ, ਉੱਥੇ ਜਿਹੜੇ ਸਿਆਸਤਦਾਨ ਨੇ ਤਕਰੀਬਨ 2 ਪਾਰਟੀਆਂ ਤੋਂ, ਤਾਂ ਖਾਸ ਤੌਰ ਦੇ ਉੱਤੇ ਕਾਂਗਰਸ ਤੋਂ ਤੇ ਅਕਾਲੀ ਦਲ ਤੋਂ ਜਿਹੜੇ ਉੱਥੇ ਹਾਜ਼ਰ ਸੀਗੇ ਜੀ। ਜਦੋਂ ਪਤਾ ਜੀ ਕਿ ਉਹ ਗੈਂਗਸਟਰ ਸੀਗਾ, ਪਰ ਉਹਦੀ ਨੇੜਤਾ ਜਿਹੜੀ ਹੈ ਜੀ ਉਹ ਸਿਆਸਤਦਾਨਾਂ ਦੇ ਨਾਲ ਕਿਸੇ ਤੋਂ ਲੁਕੀ ਛਿਪੀ ਥੋੜੀ ਹੈ ਜੀ। ਤੋ ਇਸ ਕਰਕੇ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਪੁਲਿਸ ਨੇ, ਦੇਖੋ ਉਹਨਾਂ ਦਾ ਸਟੈਪ ਤਾਂ ਚੰਗਾ, ਪਰ ਕੀ ਉਹ ਇਹ ਸਾਰਾ ਕੁਝ ਕਰ ਸਕੂਗੀ, ਇਹ ਸਵਾਲ ਹੈ ਜੀ। ਜੀ ਅਗਲੀ ਆਪਾਂ ਗੱਲ ਕਰਦੇ ਹਾਂ ਪੰਜਾਬੀਆਂ ਨੂੰ ਲੁਭਾਉਣ ਦੇ ਲਈ ਵੱਡੇ ਬਾਦਲ ਸਾਹਿਬ ਕਰਨਗੇ ਕਾਲਾਂ। ਬਹੁਤ ਕੁਝ ਕਰਨਗੇ ਜੀ। ਸਮਾਂ ਜਿਹੜਾ ਉਹ ਹੁਣ ਨੇੜੇ ਜਿਹੜਾ ਆਈ ਜਾਂਦਾ, ਜਿਹੜਾ ਇਲੈਕਸ਼ਨਾਂ ਵਾਲਾ, ਤੇ ਜਿਉਂ-ਜਿਉਂ ਇਹ ਨੇੜੇ ਜਿਹੜਾ ਦੀ ਆਈ ਜਾਂਦਾ ਤੇ ਉਹ ਜਿਹੜਾ ਦੀ ਉਹ ਫਿਕਰ ਵੀ ਪੈ ਰਿਹਾ। ਹੁਣ ਇਹ ਪਤਾ ਲੱਗਾ ਜੀ ਕਿ ਜਿਹੜੇ ਹਰ ਹਫ਼ਤੇ 2 ਘੰਟੇ ਟੈਲੀਫੋਨ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਜਿਹੜਾ ਦੀ ਉਹ ਕਾਇਮ ਕਰਿਆ ਕਰਨਗੇ। ਉਹ ਕੋਈ ਵੀ ਬੰਦਾ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਨਾਲ ਫੋਨ ਦੇ ਉੱਤੇ ਸੰਪਰਕ ਕਰਕੇ ਆਪਣਾ ਦੁੱਖ ਜਿਹੜਾ ਜੀ ਉਹ ਦੱਸ ਸਕਦਾ। 1 ਘੰਟਾ ਮੁੱਖ ਮੰਤਰੀ ਪੰਜਾਬ ਵਾਸੀਆਂ ਨੂੰ ਟੈਲੀਫੋਨ ਕਰਕੇ ਉਹਨਾਂ ਤੋਂ ਸੂਬੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਕੀਮਾਂ ਦੀ ਸਾਰਥਿਕਤਾ ਦੇ ਬਾਰੇ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕਰਿਆ ਕਰਨਗੇ। ਹੁਣ ਮੁੱਖ ਮੰਤਰੀ ਨੇ ਫੋਨ ਕਿੰਨਾ ਨੂੰ ਕਰਨੇ ਆ, ਇਹ ਡਿਊਟੀ ਮੇਰਾ ਨਹੀਂ ਖਿਆਲ ਕਿ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਵੇ, ਇਹ ਹਲਕਾ ਇੰਚਾਰਜ ਜਿਹੜੇ ਨੇ ਉਹਨਾਂ ਦੀ ਹੋਊਗੀ। ਤੇ ਕਿੰਨਾ ਨੂੰ ਟੈਲੀਫੋਨ ਕਰਾਉਣਾ, ਉਹ ਅੱਗੋਂ ਜਿਹੜਾ ਜੀ ਉਹ ਕਹਿਣਗੇ ਅਸੀਂ ਤਾਂ ਬਹੁਤ ਸੁਖੀ ਜਿਹੜਾ ਜੀ ਉਹ ਵਸ ਰਹੇ ਹਾਂ। ਜਾਂ ਤਾਂ ਪਿਕ ਕਰਕੇ ਆਪ ਹੀ ਜਿਹੜੇ ਟੈਲੀਫੋਨ ਨੇ ਉਹਨਾਂ ਦੇ ਵਿੱਚੋਂ ਕਰਨ, ਤੇ ਫਿਰ ਅਸਲੀ ਜਿਹੜੀ ਹੈ ਜੀ ਉਹ ਤਸਵੀਰ ਸਾਹਮਣੇ ਆ ਸਕਦੀ ਹੈ। ਅਸਲੀ ਤਸਵੀਰ ਸਾਹਮਣੇ ਕਿਵੇਂ ਆਉਂਦੀ ਹੈ, ਇਹ ਕੱਲ੍ਹ ਦੇ ਸੰਗਤ ਦਰਸ਼ਨ ਦੇ ਵਿੱਚੋਂ ਜਿਹੜਾ ਜੀ ਜਿਵੇਂ ਸਵਾਲ ਹੋਏ ਨੇ ਉੱਥੋਂ ਕੀਤੀ ਜਾ ਸਕਦੀ ਹੈ, ਜਿੱਥੇ ਇੱਕ ਬਾਬਾ ਕਹਿੰਦਾ ਵੀ ਜਾਂ ਤਾਂ ਭੁੱਖੀ ਦੇ ਠੇਕੇ ਖੋਲ ਦਿਓ, ਨਹੀਂ ਤਾਂ ਫਿਰ ਪਲਟਾ ਤੁਹਾਨੂੰ ਵੱਜ ਜਾਣਾ। ਜਾਂ ਫਿਰ ਉੱਥੇ ਕੈਂਸਰ ਪੀੜਤ ਜਿਹੜੀ ਇੱਕ ਔਰਤ ਹੈ, ਜਿਹਦਾ ਬੱਚਾ ਕੈਂਸਰ ਤੋਂ ਪੀੜਤ ਹੈ, ਉਹਨੂੰ ਮੁੱਖ ਮੰਤਰੀ ਦਾ ਇਹ ਕਹਿ ਦੇਣਾ ਜੀ ਵੀ ਮੈਂ ਤੇਰਾ ਕਰਜ਼ਾ ਥੋੜੀ ਕੋਈ ਦੇਣਾ। ਦੇਖੋ, ਇੱਕ ਪਾਸੇ ਇਹ ਕਿਹਾ ਜਾਂਦਾ ਸੇਵਾ ਜਿਹੜੀ ਹੈ ਜੀ ਉਹ ਕਰ ਰਹੇ ਨੇ, ਦੂਜੀ ਪਾਸੇ ਗੱਲ ਇਹ ਹੈ ਜੀ ਕਿ ਕੀ ਪੰਜਾਬ ਦੇ ਲੋਕਾਂ ਨੇ ਕਰਜ਼ਾ ਦੇਣਾ ਜੀ ਇਹਨਾਂ ਦਾ। ਸੋ ਇਦਾਂ ਦਾ ਜਿਹੜਾ ਜਵਾਬ ਆਉਣਾ, ਪੇਸ਼ੈਂਸ ਜਿਹੜੀ ਆ ਗਵਾਚਣੀ, ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਪਛਾਣ ਹੁੰਦੀ ਸੀਗੀ, ਇਹ ਗਵਾਚ ਰਹੀ ਪੇਸ਼ੈਂਸ ਜਿਹੜੀ ਹੈ ਜੀ ਉਹ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕਰ ਰਹੀ ਆ ਕਿ ਅੰਦਰੂਨੀ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਚੀਫ ਪਾਰਲੀਮੈਂਟਰੀ ਸਕੱਤਰਾਂ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹਾਈ ਜਿਹੜੇ ਕੋਰਟ ਦਾ ਨੋਟਿਸ। ਜੀ ਐਕਚੁਅਲੀ ਬਿਲਕੁਲ ਇਹ ਨਾ ਤੁਹਾਨੂੰ ਪਤਾ ਹੀ ਹੈ ਜੀ, ਜਿੱਦਣ ਇਹ ਚੀਫ ਪਾਰਲੀਮੈਂਟਰੀ ਸੈਕਟਰੀ 7 ਦੀ ਅਨਾਊਂਸਮੈਂਟ ਜਿਹੜੀ ਹੋਈ, ਹਾਲਾਂਕਿ 6 ਨੇ ਸਹੁੰ ਚੁੱਕੀ ਆ, 1 ਨੇ ਸਹੁੰ ਜਿਹੜੀ ਆ ਉਹ ਚੁੱਕੀ ਨਹੀਂ ਆ, ਉਦੋਂ ਤੋਂ ਹੀ ਆਲੋਚਨਾ ਤਾਂ ਜਿਹੜੀ ਹੈ ਜੀ ਉਹ ਸਰਕਾਰ ਦੀ ਹੋ ਰਹੀ ਆ ਜੀ।
ਕਿ ਇਹਨੇ ਵਾਧੂ ਦਾ ਬੋਝ ਜਿਹੜਾ ਜੀ ਕਿਉਂ ਜਿਹੜਾ ਪਾ ਦਿੱਤਾ ਜੀ ਪੰਜਾਬ ਦੇ ਖਜ਼ਾਨੇ ਦੇ ਉੱਤੇ। ਇਹਨੂੰ ਲੈ ਕੇ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਵਕੀਲ ਨੇ ਜਿਨ੍ਹਾਂ ਨੇ ਪਟੀਸ਼ਨ ਦਾਖਲ ਕੀਤੀ ਸੀਗੀ ਔਰ ਪੰਜਾਬ ਸਰਕਾਰ ਨੂੰ ਇਹਦੇ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਹੈ। ਪਟੀਸ਼ਨਰ ਨੇ ਨਵੇਂ ਪਾਰਲੀਮਾਨੀ ਸੈਕਟਰੀ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਅਹੁਦਿਆਂ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦੇਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਇਹ ਵੀ ਕਿਹਾ ਜੀ ਕਿ ਵਿੱਤ ਵਿਭਾਗ ਨੂੰ ਇਹਨਾਂ ਗੈਰ ਕਾਨੂੰਨੀ ਅਹੁਦਿਆਂ ਦੇ ਖਰਚ ਚੁੱਕਣ ਤੋਂ ਰੋਕਿਆ ਜਾਵੇ। ਪਿਛਲੇ ਦਿਨ ਜਦੋਂ ਇਹ ਸਹੁੰ ਚੁਕਾਈ ਗਈ ਆ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਸੀ ਇਹ ਇੱਕ ਟ੍ਰੇਨਿੰਗ ਹੈ ਤਾਂ ਕਿ ਇਹਨਾਂ ਨੇ ਕੱਲ੍ਹ ਨੂੰ ਮੰਤਰੀ ਬਣਨਾ, ਮੁੱਖ ਮੰਤਰੀ ਬਣਨਾ, ਉਦੋਂ ਪਹਿਲਾਂ ਇਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਜੀ ਥੋੜ੍ਹੀ ਹੋਣੀ ਚਾਹੀਦੀ ਆ, ਜਿਹਦੇ ਕਰਕੇ ਇਹਨਾਂ ਨੂੰ ਚੀਫ ਪਾਰਲੀਮਾਨੀ ਸੈਕਟਰੀ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣੇ ਨੇ, ਉਹ ਕਿੰਨੀ ਵਾਰੀ ਚੀਫ ਪਾਰਲੀਮਾਨੀ ਸੈਕਟਰੀ ਬਣ ਕੇ ਟ੍ਰੇਨਿੰਗ ਕਰਕੇ ਆਏ ਸੀਗੇ। ਵੈਸੇ ਜੇ ਸਵਾਲ ਪੁੱਛਿਆ ਜਾਂਦਾ ਤਾਂ ਸ਼ਾਇਦ ਹੋ ਸਕਦਾ ਜੀ ਕਿ ਉਹਨਾਂ ਕੋਲੇ ਜਵਾਬ ਜਿਹੜਾ ਜੀ ਇਹਦਾ ਨਾ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਜੀ ਐਕਸਕਿਊਜ਼ ਜਿਹੜਾ ਜੀ ਉਹ ਬਣਾ ਹੀ ਲੈਂਦੇ ਨੇ ਮੁੱਖ ਮੰਤਰੀ ਬਾਦਲ ਸਾਹਿਬ, ਜਿਹੜੇ ਅਕਸਰ ਕਹਿੰਦੇ ਨੇ ਕਿ ਡਾਕਟਰ ਦਾ ਮੁੰਡਾ ਡਾਕਟਰ, ਸਾਇੰਸਦਾਨ ਦਾ ਮੁੰਡਾ ਸਾਇੰਸਦਾਨ ਤੇ ਸਿਆਸਤਦਾਨ ਦਾ ਮੁੰਡਾ ਜਿਹੜਾ ਜੀ ਉਹ ਸਿਆਸਤਦਾਨ ਕਿਉਂ ਨਹੀਂ ਹੋ ਸਕਦਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਜੀ ਕਿ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ, ਫਿਰ ਉਹ ਚੁੱਪ ਕਰ ਜਾਂਦੇ ਨੇ ਜੀ। ਜੀ ਬਾਕੀ ਕਈ ਵਾਰੀ ਇੱਦਾਂ ਵੀ ਕਹਿ ਜਾਂਦੇ ਆ, ਮੈਨੂੰ ਕੀ ਪਤਾ, ਭੁੱਲ ਵੀ ਜਾਂਦੇ ਨੇ ਬਹੁਤ ਕੁਛ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਦਰਬਾਰ ਸਾਹਿਬ ਦੇ ਵਿੱਚ ਵਾਈਫਾਈ ਸੇਵਾ ਸ਼ੁਰੂ, ਉਸ ਦਾ ਟਰਾਇਲ ਰਨ ਕੀਤਾ ਗਿਆ। ਐਕਚੁਅਲੀ ਜੀ ਇਹ ਇੱਕ ਕੰਪਨੀ ਹੈ ਜਿਹੜੀ ਇੱਥੇ ਜਿਹਨੇ ਇਹ ਸਰਵਿਸ ਜਿਹੜੀ ਹੈ ਜੀ ਉੱਥੇ ਦੇਣ ਦੀ ਗੱਲ ਆਖੀ ਹੈ। ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਜੀ ਕਿ ਸਾਰੇ ਜਗ੍ਹਾ ਤੇ ਆ, ਹੁਣ ਇਹਨੂੰ ਥੋੜ੍ਹਾ ਜਿਹਾ ਨਾਂ ਬਦਲ ਦਿੱਤਾ ਗਿਆ ਜਦੋਂ ਦਾ ਸੋਸ਼ਲ ਮੀਡੀਆ ਦੇ ਉੱਤੇ ਨਾ ਜੀ ਰੌਲਾ ਪੈਣਾ ਸ਼ੁਰੂ ਹੋਇਆ। ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਦਰਬਾਰ ਸਾਹਿਬ ਸਮੂਹ, ਖਬਰਾਂ ਉਹ ਪਈਆਂ ਨੇ ਦਰਬਾਰ ਸਾਹਿਬ ਸਮੂਹ ਜਿਹੜਾ ਜੀ ਉਹ ਵਾਈਫਾਈ ਕੀਤਾ ਜਾ ਰਿਹਾ। ਹੁਣ ਇਹਨੂੰ ਬਦਲ ਇਉਂ ਦਿੱਤਾ ਗਿਆ ਜੀ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਤੇ ਸਰਾਵਾਂ ਦੇ ਵਿੱਚ ਮੁਫਤ ਵਾਈਫਾਈ ਸੇਵਾ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਹੈ ਜੀ। ਇਹ ਕੰਪਨੀ ਜਿਹੜੀ ਹੈ ਜੀ ਇਹਨੇ ਟਰਾਇਲ ਕਰ ਲਿਆ, 1-2 ਦਿਨਾਂ ਦੇ ਵਿੱਚ ਇਹਨੂੰ ਜਿਹੜਾ ਜੀ ਉਹ ਸ਼ੁਰੂ ਕੀਤਾ ਜਾ ਰਿਹਾ। ਕੰਪਨੀ ਦਾ ਇਹ ਕਹਿਣਾ ਹੈ ਕਿ ਬਾਹਰੋਂ ਆਉਣ ਵਾਲੇ ਜਿਹੜੇ ਯਾਤਰੂ ਨੇ ਉਹ ਸੌਖੇ ਰਹਿਣਗੇ ਇਹਦੇ ਵਾਈਫਾਈ ਜਿਹੜੀ ਹੈ ਜੀ ਉਹਦੇ ਨਾਲ, ਔਰ ਉਹ ਦੂਰ ਦਰਾਡੇ ਜਿਹੜੇ ਜਾਣ ਵਾਲੇ ਸ਼ਰਧਾਲੂ ਨੇ ਉਹਨਾਂ ਨੂੰ ਆਪਣਾ ਜਿਹੜਾ ਜੀ ਪਤਾ ਰਹੂਗਾ, ਉਹ ਦੁਨੀਆ ਦੇ ਨਾਲ ਜਿਹੜਾ ਜੀ ਉਹ ਜੁੜੇ ਰਹਿਣਗੇ। ਇਹਦੇ ਵਾਸਤੇ ਅੱਧਾ ਘੰਟਾ ਜਿਹੜਾ ਜੀ ਇਹ ਵਾਈਫਾਈ ਮੁਫਤ ਹੋਊਗਾ ਔਰ ਇਹਦੇ ਵਿੱਚ ਜਿਹੜੀਆਂ ਮੇਨ ਬਿਲਡਿੰਗਸ ਨੇ ਸ੍ਰੀ ਗੁਰੂ ਹਰਗੋਬਿੰਦ ਨਿਵਾਸ, ਗੁਰੂ ਰਾਮਦਾਸ ਸਰਾਂ, ਮਾਤਾ ਗੰਗਾ ਨਿਵਾਸ, NRI ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਇਹਦੇ ਵਿੱਚ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਜੇ ਤੁਸੀਂ ਦੇਖੋ ਜਿੱਥੇ ਵਾਈਫਾਈ ਚੱਲਦਾ ਆ, ਇਹ ਤਾਂ ਜਿਹੜੇ ਟੈਕਨੀਕਲੀ ਜਾਣਦੇ ਨੇ ਉਹਨਾਂ ਨੂੰ ਤਾਂ ਇਹ ਸਮਝ ਆਏ ਇਸ ਗੱਲ ਦੀ ਬਿਲਕੁਲ ਕਲੀਅਰ ਜੀ। ਤੁਸੀਂ ਪਰਿਕਰਮਾ ਦੇ ਵਿੱਚ ਰੋਕ ਥੋੜੀ ਸਕਦੇ ਹੋ ਉਸ ਚੀਜ਼ ਨੂੰ। ਜਦੋਂ ਵਾਈਫਾਈ ਚੱਲ ਰਿਹਾ ਉਹ ਕੈਚ ਉੱਥੇ ਵੀ ਕਰੂਗਾ। ਇਹ ਕਹਿ ਦੇਣਾ ਕਿ ਉੱਥੇ ਸਰਵਿਸ ਜਿਹੜੀ ਹੈ ਜੀ ਇਹ ਨਹੀਂ ਦਿੱਤੀ ਜਾ ਰਹੀ, ਇਹ ਹੋਰ ਜਿਹੜਾ ਜੀ ਝੂਠ ਬੋਲਣ ਵਾਲੀ ਗੱਲ ਹੈ। ਦੂਜੀ ਗੱਲ ਹੈ ਕਿ ਇਹਦੀ ਜ਼ਰੂਰਤ ਤੇ ਉੱਥੇ ਕੀ ਆ ਜੀ, ਜਿਹੜਾ ਇੱਥੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਵਾਈਫਾਈ ਪੈਕ ਨੇ ਉਹ 25-30 ਰੁਪਏ ਦਾ ਜਿਹੜਾ ਜੀ ਆ ਜਾਂਦਾ ਔਰ ਹਰੇਕ ਬੰਦੇ ਦੇ ਕੋਲੇ ਹੀ ਤਕਰੀਬਨ ਜਿਹੜਾ ਜੀ ਜਿਹਦੇ ਕੋਲੇ ਫੋਨ ਹੈ, ਕਿਉਂਕਿ ਜਿਹੜੇ ਫੋਨਾਂ ਦੇ ਉੱਤੇ ਵਾਈਫਾਈ ਚੱਲਦਾ ਹੈ ਜਿਹਦੇ ਕੋਲੇ ਉਹ ਫੋਨ ਹੈ ਇਹ ਹੋ ਨਹੀਂ ਸਕਦਾ ਕਿ ਉਹਦੇ ਕੋਲੇ ਨੈਟ ਦੀ ਸਰਵਿਸ ਜਿਹੜੀ ਹੈ ਜੀ ਉਹ ਨਾ ਹੋਵੇ। ਇਹ ਸਮਝ ਨਹੀਂ ਆਈ ਜੀ ਕਿਹਨੇ ਇਹ ਸਲਾਹ ਜਿਹੜੀ ਉਹ ਦਿੱਤੀ ਹੈ ਵੀ ਇਹਦੇ ਵਿੱਚੋਂ ਪਤਾ ਨਹੀਂ ਲਾਹਾ ਜਿਹੜਾ ਜੀ ਉਹ ਕੀ ਲਿਆ ਜਾ ਸਕਦਾ ਹੈ। ਬੱਚਿਆਂ ਵਾਲੀ ਜਿਹੜੀ ਹੈ ਜੀ ਉਹ ਸਲਾਹ ਕਹੀ ਜਾ ਸਕਦੀ ਆ, ਉਹ ਜਗ੍ਹਾ ਜਿਹੜੀ ਹੈ ਜੀ ਜਿਹਦੇ ਬਾਰੇ ਇਹ ਕਿਹਾ ਜਾਂਦਾ ਨਾ ਜੀ ਕਿ ਉੱਥੋਂ ਵਰਗੀ ਜਿਹੜੀ ਸ਼ਾਂਤੀ ਹੈ ਉਹ ਕਿਤੇ ਨਹੀਂ ਹੈਗੀ, ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਉੱਥੋਂ ਬਾਰੇ ਕਿਹਾ ਜਾਂਦਾ। ਉਹ ਜਿਹੜੀ ਸ਼ਾਂਤੀ ਆ ਕੀ, ਕਿਉਂਕਿ ਬੰਦਾ ਜਿਹੜਾ ਜੀ ਉਹ ਪਰੇਸ਼ਾਨ ਹੋਇਆ ਉਸ ਜਗ੍ਹਾ ਦੇ ਉੱਤੇ ਜਾਂਦਾ, ਜੇ ਉੱਥੇ ਵੀ ਵਾਈਫਾਈ ਤੁਹਾਡੇ ਪਿੱਛੇ ਹੀ ਆਉਣਾ ਤੇ ਫਿਰ ਮੇਰਾ ਖਿਆਲ ਉਹ ਜਿਹੜੀ ਜਗ੍ਹਾ ਹੈ ਉਹਦੀ ਕਿਤੇ ਨਾ ਕਿਤੇ ਇਹ ਕਦਰ ਘਟਾਉਣ ਵਾਲੀ ਗੱਲ ਹੈ। ਜੀ ਬਿਲਕੁਲ ਜੀ, ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉੱਥੇ ਫਿਰ ਜਿਹੜੇ ਡੰਡੇ ਫੜ ਕੇ ਖੜੇ ਹੁੰਦੇ ਉਹਨਾਂ ਨੇ ਕੀ ਕਰਨਾ ਤੇ ਆਮ ਲੋਕਾਂ ਨੇ ਉੱਥੇ ਕੀ ਕਰਨਾ, ਛੱਡਣਾ ਨਹੀਂ ਫੋਨ ਨੂੰ। ਅਗਲੀ ਜਿਹੜੀ ਗੱਲ ਕਰਦੇ ਆ, ਕਰਜ਼ਾ ਮੋੜਨ ਵਾਸਤੇ ਆਪਣੇ ਮਾਸੀ ਦੇ ਪੁੱਤ ਨੂੰ ਹੀ ਅਗਵਾ ਕਰ ਲਿਆ। ਬਿਲਕੁਲ ਜੀ, ਬੜਾ ਕੁਛ ਜਿਹੜਾ ਉਹ ਹੋਈ ਜਾਂਦਾ, ਰਿਸ਼ਤੇਦਾਰੀਆਂ, ਜਿਹੜੇ ਦੋਸਤ ਮਿੱਤਰ, ਸਾਰਾ ਕੁਛ ਤਕਰੀਬਨ ਪੈਸੇ ਦੀ ਦੌੜ ਤੇ ਹੋੜ ਨੇ ਇਹ ਖਤਮ ਹੀ ਕਰਕੇ ਜਿਹੜਾ ਜੀ ਉਹ ਰੱਖ ਦਿੱਤਾ। ਜਗਰਾਉਂ ਨੇੜੇ ਪਿੰਡ ਪੈਂਦਾ ਜੀ ਢੈਪਈ,
ਇੱਥੇ ਇੱਕ ਬੰਦੇ ਨੂੰ ਅਗਵਾ ਜਿਹੜਾ ਦੀ ਉਹ ਕੀਤਾ ਗਿਆ। ਪੁਲਿਸ ਨੇ ਜਿਹੜਾ ਇਹ ਹੁਣ ਖੁਲਾਸਾ ਜਿਹੜਾ ਦੀ ਇਹ ਕੀਤਾ ਕਿ ਜਿਹੜਾ 28 ਅਪ੍ਰੈਲ ਨੂੰ ਪੁਲਿਸ ਥਾਣਾ ਜੋਧਾ ਪਿੰਡ ਹੈ ਉੱਥੋਂ ਦਾ ਪਿੰਡ ਹੈ ਢੈਪਈ, 46 ਸਾਲਾਂ ਦਾ ਰਣਜੀਤ ਸਿੰਘ ਜਿਹੜਾ ਸੀਗਾ ਉਹਨੂੰ ਅਗਵਾ ਕੀਤਾ ਗਿਆ ਸੀਗਾ। ਔਰ ਇਦੋਂ ਬਾਅਦ ਪੁਲਿਸ ਜਿਹੜੀ ਸੀਗੀ ਜੀ ਉਹ ਲੱਭਦੀ ਰਹੀ ਇਹਨਾਂ ਨੂੰ। ਅਗਵਾਕਾਰਾਂ ਨੇ ਰਣਜੀਤ ਸਿੰਘ ਦੇ ਫੋਨ ਤੋਂ ਉਹਦੇ ਵਿਦੇਸ਼ ਰਹਿੰਦੇ ਭਰਾ ਤੋਂ 1,50,00,000 ਰੁਪਏ ਦੀ ਮੰਗ ਜਿਹੜੀ ਉਹ ਕੀਤੀ। ਹਰਦੀਪ ਸਿੰਘ ਨੇ ਉਹਨਾਂ ਨੂੰ 35 ਲੱਖ ਰੁਪਇਆ ਦੇਣ ਦੇ ਵਾਸਤੇ ਰਾਜੀ ਕਰ ਲਿਆ। ਬਲਜੀਤ ਸਿੰਘ ਨਾਂ ਦਾ ਬੰਦਾ ਸੀਗਾ ਜਿਹਨੂੰ ਪੈਸੇ ਦੇ ਕੇ ਅਗਵਾਕਾਰਾਂ ਦੇ ਵੱਲੋਂ ਦਿੱਤੇ ਹੋਏ ਪਤੇ ਦੇ ਉੱਤੇ ਜਿਹੜਾ ਸੀਗਾ ਉਹ ਭੇਜਿਆ। ਇਹਨਾਂ ਅਗਵਾਕਾਰਾਂ ਨੇ ਪੈਸੇ ਲੈ ਕੇ ਰਣਜੀਤ ਸਿੰਘ ਨੂੰ ਛੱਡ ਦਿੱਤਾ। ਉਦੋਂ ਬਾਅਦ ਜਿਹੜੀ ਸੀ ਇਹ ਪੜਤਾਲ ਸ਼ੁਰੂ ਹੋਈ ਔਰ ਜਦੋਂ ਪੜਤਾਲ ਅੱਗੇ ਤੋਂ ਅੱਗੇ ਨਿਕਲੀ ਤੇ ਹੈਰਾਨਗੀ ਜਿਹੜੀ ਜੀ ਇਹ ਹੋਈ ਕਿ ਜਿਹੜਾ ਰਣਜੀਤ ਸਿੰਘ ਜੀ ਨੂੰ ਅਗਵਾ ਕੀਤਾ ਗਿਆ ਸੀ ਉਹਦੀ ਸਕੀ ਮਾਸੀ ਦੇ ਮੁੰਡੇ ਨੇ ਸਾਰਾ ਜਿਹੜਾ ਜੀ ਇਹ ਕਹਾਣੀ ਘੜੀ ਸੀਗੀ ਜੀ। ਗੁਰਜੰਟ ਸਿੰਘ ਜਿਹੜਾ ਪੰਡੋਰੀ ਦਾ ਰਹਿਣ ਵਾਲਾ ਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਜੀ ਉਹਨੇ ਦੱਸਿਆ ਹੈ ਕਿ ਅਸਲ ਦੇ ਵਿੱਚ ਉਹਦੇ ਸਿਰ ਦੇ ਉੱਤੇ 35-40 ਲੱਖ ਰੁਪਏ ਬੈਂਕਾਂ ਤੇ ਆੜ੍ਹਤੀਆਂ ਦਾ ਕਰਜ਼ਾ ਹੈ ਤੇ ਉਹਦੀ ਸਕੀਮ ਇਹ ਆਈ ਜੀ ਕਿ ਜੇ ਰਣਜੀਤ ਸਿੰਘ ਨੂੰ ਅਗਵਾ ਕਰ ਲਿਆ ਜਾਵੇ ਇਹਦੇ ਭਰਾ ਤੋਂ ਪੈਸੇ ਜਿਹੜੇ ਉਹ ਮੰਗੇ ਜਾਣ ਤੇ ਮੇਰਾ ਕਰਜ਼ਾ ਜਿਹੜਾ ਜੀ ਉਹ ਲੈ ਸਕਦਾ। ਤੇ ਉਹਦੇ ਮਤਲਬ ਕਿ ਕਜ਼ਨ ਬ੍ਰਦਰ ਨੇ ਹੀ ਉਹਨੂੰ ਜਿਹੜਾ ਜੀ ਅਗਵਾ ਕੀਤਾ ਔਰ ਅਗਵਾ ਕਰਕੇ ਪੈਸੇ ਮੰਗੇ ਜਿਹੜੇ ਉਹ 1.5 ਕਰੋੜ ਮੰਗਿਆ ਪਰ ਸੌਦਾ ਜਿਹੜਾ ਸੀਗਾ ਉਹ 35 ਲੱਖ ਦੇ ਉੱਤੇ ਆ ਕੇ ਜਿਹੜਾ ਜੀ ਉਹ ਨਿਬੜਿਆ। ਹੁਣ ਇਹ ਸਾਰੇ ਜਿਹੜੇ ਆ ਜੀ ਉਹ ਗ੍ਰਿਫਤਾਰ ਹੋ ਗਏ ਨੇ। ਅਕਸਰ ਗੱਲ ਜਿਹੜੀ ਆ ਜੀ ਲੇਖਕ ਲਿਖਦੇ ਨੇ ਨਾ ਕਿ ਕੋਈ ਟਾਈਮ ਹੁੰਦਾ ਜਦੋਂ ਬੰਦਾ ਆਪਣੇ ਪਰਛਾਵੇਂ ਤੋਂ ਵੀ ਡਰਦਾ, ਆਪਣੇ ਆਪ ਤੋਂ ਵੀ ਡਰਦਾ। ਇਹ ਉਹੀ ਗੱਲਾਂ ਨੇ ਜੀ। ਹੁਣ ਤੁਸੀਂ ਵਿਸ਼ਵਾਸ ਜਿਹੜਾ ਜੀ ਉਹ ਕਿਹਦੇ ਉੱਤੇ ਕਰੋਗੇ? ਸਵਾਲ ਬਹੁਤ ਵੱਡਾ ਖੜਾ ਜਿਹੜਾ ਜੀ ਉਹ ਹੋ ਰਿਹਾ ਇਸ ਦੌੜ ਦੇ ਵਿੱਚ ਜੀ ਜੋ ਕੁਝ ਚੱਲ ਰਿਹਾ ਜੀ। ਜੀ ਜੀ ਆਪਾਂ ਅਗਲੀ ਗੱਲ ਕਰਦੇ ਹਾਂ। ਜਿਸ ਮੁੰਡੇ ਨੇ ਟ੍ਰੇਨ ਮੋਹਰੇ ਮਾਰ ਕੇ ਖੁਦਕੁਸ਼ੀ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀਗੀ ਉਹਨਾਂ ਪੁਲਿਸ ਵਾਲਿਆਂ ਦੇ ਕਰਕੇ ਤੇ ਉਸ ਪੁਲਿਸ ਵਾਲਿਆਂ ਦੇ ਖਿਲਾਫ ਹੁਣ ਰੇਲ ਪੁਲਿਸ ਪਰਚਾ ਦਰਜ ਕਰ ਰਹੀ ਆ। ਐਕਚੁਅਲੀ ਜੀ ਜਿਹੜੀ ਪੰਜਾਬ ਪੁਲਿਸ ਸੀਗੀ ਉਹਨੇ ਤਾਂ ਇੱਕ ਕਿਸਮ ਦੇ ਨਾਲ ਇਹਦੇ ਉੱਤੇ ਕੁਝ ਵੀ ਨਹੀਂ ਕੀਤਾ। ਜਿਹੜਾ ਕਿ ਫੇਸਬੁੱਕ ਦੇ ਉੱਤੇ ਆਪਣੇ ਸਟੇਟਸ ਜਿਹੜਾ ਅਪਡੇਟ ਕਰ ਗਿਆ ਸੀਗਾ ਕਿ ਆਹ ਬੰਦੇ ਪੁਲਿਸ ਵਾਲੇ ਜਿਹੜੇ ਮੈਨੂੰ ਤੰਗ ਕਰ ਰਹੇ ਨੇ। ਕਸੂਰ ਉਹਦਾ ਸਿਰਫ ਇਹ ਸੀਗਾ ਕਿ ਇੱਕ ਕੋਈ ਜਿਹੜਾ ਗੈਂਗਸਟਰ ਆ ਜੀ ਉਹਦੇ ਤੋਂ ਫੋਨ ਰੀਚਾਰਜ ਕਰਵਾ ਗਿਆ। ਉਹ ਪੁਲਿਸ ਉਹਦੇ ਪਿੱਛੇ ਪਈ ਰਹੀ, ਉਹਨੂੰ ਚਰੂੰਡਦੇ ਰਹੇ ਇਹ 3 ਜਾਣੇ ਔਰ ਫਿਰ 1.25 ਲੱਖ ਰੁਪਈਆ ਉਹ ਤੋਂ ਜਿਹੜਾ ਉਹ ਮੰਗ ਰਹੇ ਸੀਗੇ। ਉਹਦੇ ਕੋਲੇ ਪੈਸੇ ਹੈ ਨਹੀਂ ਸੀ ਔਰ ਉਹ ਇਹ ਲਿਖ ਗਿਆ ਕਿ ਉਹਦੇ ਕੋਲੇ ਹੁਣ ਕੋਈ ਰਾਹ ਨੀਗਾ ਇਹ ਸੁਸਾਈਡ ਕਰਨ ਤੋਂ ਜਿਹੜਾ ਜੀ ਉਹ ਬਿਨਾਂ। ਇੰਦਰਪਾਲ ਸਿੰਘ ਅਹੂਜਾ ਇਹ ਨੌਜਵਾਨ ਸੀਗਾ ਔਰ ਇਸ ਮਾਮਲੇ ਦੇ ਵਿੱਚ ਹੁਣ ਕੁਝ ਨਵੇਂ ਖੁਲਾਸੇ ਜਿਹੜੇ ਉਹ ਹੋਏ ਨੇ। ਇੰਦਰਪਾਲ ਸਿੰਘ ਅਹੂਜਾ ਦੇ ਉੱਤੇ ਦਬਾਅ ਬਣਾਉਣ ਦੇ ਵਾਸਤੇ ASI ਬੂਟਾ ਸਿੰਘ ਤੇ ਕਾਂਸਟੇਬਲ ਸਵਰਨ ਸਿੰਘ ਥਾਣਾ ਦੁੱਗਰੀ ਦੇ ਵਿੱਚ ਜਿਹੜਾ ਲੱਗਿਆ ਹੋਇਆ SHO ਦਵਿੰਦਰ ਚੌਧਰੀ ਦੇ ਨਾਲ ਉੱਥੇ ਨਹੀਂ ਲੱਗੇ ਹੋਏ ਸੀ ਬਲਕਿ ਇਹ ਮਾਡਲ ਟਾਊਨ ਦੇ ਵਿੱਚ ਸੀਗੇ ਜੀ। ਮੁਅੱਤਲ ਹੋਣ ਤੋਂ ਪਹਿਲਾਂ ਦੋਵੇਂ ਪੁਲਿਸ ਕਰਮੀ ਜਿਹੜੇ ਸੀਗੇ ਜੀ ਇਹਨਾਂ ਦੀ ਹਾਜ਼ਰੀ ਜਿਹੜੀ ਆ ਮਾਡਲ ਟਾਊਨ ਦੇ ਵਿੱਚ ਲੱਗ ਰਹੀ ਸੀ ਔਰ ਦੋਵੇਂ ਕਰਮਚਾਰੀ ਜਿਹੜੇ ਨੇ ਜੀ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਥਾਣਾ ਦੁੱਗਰੀ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਸੀਗੇ ਜੀ। ਗੈਂਗਸਟਰ ਗੋਰੂ ਬੱਚਾ ਨੂੰ ਫੜਨ ਦੇ ਵਾਸਤੇ ਜਿਹੜੀ ਚੱਲ ਰਹੀ ਜਾਂਚ ਸੀਗੀ ਦੋਵੇਂ ਇਹਦੇ ਵਿੱਚ ਕੰਮ ਜਿਹੜਾ ਉਹ ਕਰ ਰਹੇ ਸੀਗੇ। ਇੰਦਰਪਾਲ ਸਿੰਘ ਅਹੂਜਾ ਨੂੰ ਪੁੱਛਗਿੱਛ ਦੇ ਵਾਸਤੇ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਕਿਉਂਕਿ ਉਹਨੇ ਫੋਨ ਰੀਚਾਰਜ ਜਿਹੜਾ ਕੀਤਾ ਸੀਗਾ। ਫੋਨ ਰੀਚਾਰਜ ਕਰਨ ਦੀ ਉਹਦੀ ਜਿਹੜੀ ਦੁਕਾਨ ਹੈ ਜੀ ਉਹ ਗੋਰੂ ਨੂੰ ਤਾਂ ਨਹੀਂ ਫੜ ਸਕੇ। ਇਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਜੀ ਇਹ ਪਰੇਸ਼ਾਨ ਜਿਹੜਾ ਜੀ ਉਹ ਜ਼ਰੂਰ ਕਰਦੇ ਰਹੇ ਔਰ ਹੁਣ ਜਿਹੜਾ ਮਤਲਬ ਕਿ ਜਿਹੜੀ ਰੇਲਵੇ ਪੁਲਿਸ ਹੈ ਜੀ ਉਹਨੇ ਇਹਨਾਂ ਤਿੰਨਾਂ ਦੇ ਖਿਲਾਫ ਜਿਹੜਾ ਜੀ 3 ਜਾਣਿਆਂ ਦੇ ਖਿਲਾਫ ਪਰਚਾ ਜਿਹੜਾ ਜੀ ਉਹ ਦਰਜ ਕਰ ਲਿਆ। ਅਜੇ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਕੋਈ ਨਹੀਂ ਹੋਈ। ਜਿਹੜੀ ਸੀਨੀਅਰ ਆਫੀਸਰ ਨੇ ਲੁਧਿਆਣੇ ਦੇ ਉਹ ਇਹ ਕਹਿ ਰਹੇ ਨੇ ਕਿ ਪੁਲਿਸ ਆਪਣੇ ਤੌਰ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੀ ਹੈ ਤੇ ਉਦੋਂ ਬਾਅਦ ਹੀ ਉਹ ਇਸ ਮਾਮਲੇ ਦੇ ਉੱਤੇ ਕੁਝ ਜਿਹੜਾ ਜੀ ਉਹ ਕਹਿ ਸਕਣਗੇ। ਇਹ ਤਾਂ ਇੱਕ ਮਾਮਲਾ ਜੀ ਇਹੋ ਜੇ ਤੁਸੀਂ ਚਾਹੇ ਹਰੇਕ ਥਾਣੇ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਜੀ ਉਹ ਫੜ ਲਓ ਤੇ ਲੱਭ ਲਓ, ਤੁਹਾਨੂੰ ਕਿਤੋਂ ਨਾ ਕਿਤੋਂ ਜਿਹੜੇ ਆ ਜੀ ਉਹ ਲੱਭੀ ਹੀ ਜਾਣੇ ਆ ਕਿ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਕੇ ਜਿਹੜਾ ਨਾ ਜੀ ਚਾਹੇ ਉਹ ਮਜ਼ਦੂਰ ਕਿਉਂ ਨਾ ਹੋਵੇ ਦਿਹਾੜੀਦਾਰ ਉਹਨੂੰ ਵੀ ਬਿਨਾਂ ਪੈਸੇ ਤੋਂ ਕੋਈ ਉੱਥੋਂ ਜਾਣ ਨਹੀਂ ਦਿੰਦਾ ਜੀ। ਜੀ 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 ਅਗਲੀ ਗੱਲ ਕਰਦੇ ਹਾਂ ਜਿਹੜਾ ਹੈਲੀਕਾਪਟਰ ਵਾਲਾ ਘਟਾਲਾ ਆ ਉਸ ਮਾਮਲੇ ਤੇ ਕੀ ਅਪਡੇਟ ਚੱਲ ਰਹੀ ਹੈ ਜੀ? ਉਸ ਮਾਮਲੇ ਦੇ ਉੱਤੇ ਹਾਲ ਦੀ ਘੜੀ ਦਾ ਰੌਲਾ ਰੱਪਾ ਹੀ ਜਿਹੜਾ ਜੀ ਉਹ ਚੱਲ ਰਿਹਾ।
ਕਿਉਂਕਿ ਜਿਹੜੀ ਬੀਜੇਪੀ ਹੈ ਜੀ ਉਹਨੂੰ ਪਤਾ ਹੈ ਕਿ ਇਸ ਜਿਹੜਾ ਉਹ ਕਈਆਂ ਮਾਮਲਿਆਂ 'ਚ ਘਿਰ ਰਹੀ ਹੈ ਤੇ ਘਿਰਦੀ ਹੋਈ ਉਹ ਫਿਰ ਜਿਹੜਾ ਜੀ ਇਹ ਅਗਸਤਾ ਜਿਹੜਾ ਹੈਲੀਕਾਪਟਰ ਮਾਮਲਾ ਜੀ ਇਹਨੂੰ ਜਿਹੜਾ ਉਹ ਉਭਾਰ ਰਹੀ ਹੈ ਔਰ ਉਭਾਰਨ ਦਾ ਰੀਜ਼ਨ ਇਹੀ ਹੈ ਜੀ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨੂੰ ਜਿਹੜਾ ਜੀ ਅਸਲ ਸਵਾਲਾਂ ਦਾ ਸਾਹਮਣਾ ਨਾ ਕਰਨਾ ਪਏ। ਤ੍ਰਿਣਮੂਲ ਤੇ ਕਾਂਗਰਸ ਜਿਹੜੀ ਆ ਜੀ ਉਹ ਆਪਣਾ ਪੱਖ ਜਿਹੜਾ ਪੇਸ਼ ਕਰਨ ਦੇ ਵਾਸਤੇ ਰੌਲਾ ਰੱਪਾ ਜਿਹੜਾ ਜੀ ਉਹ ਵਧਾ ਰਹੀ ਹੈ। ਭਾਰਤੀ ਹਵਾਈ ਸੈਨਾ ਦਾ ਸਾਬਕਾ ਮੁਖੀ ਜਿਹੜਾ SP ਤਿਆਗੀ ਆ ਉਹਦੇ ਤੋਂ ਅਗਸਟਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਦੇ ਵਿੱਚ 10 ਘੰਟਿਆਂ ਤੱਕ ਪੁੱਛ ਪੜਤਾਲ ਜਿਹੜੀ ਆ ਜੀ ਉਹ ਕੀਤੀ ਗਈ ਆ। ਸਾਬਕਾ ਮੁਖੀ ਕੋਲੋਂ ਉਹਦੇ ਰਿਟਾਇਰ ਹੋਣ ਤੋਂ ਬਾਅਦ ਇਟਲੀ ਦੀ ਯਾਤਰਾ ਵਾਸਤੇ ਜਿਹੜੇ ਪੈਸੇ ਉਹਨੇ ਖਰਚੇ ਨੇ ਉਹਦੀ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਗਈ ਆ। ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਜੀ ਕਿ ਸੋਨੀਆ ਗਾਂਧੀ ਜਾਂ ਜਿਹੜੇ ਕੋਈ ਹੋਰ ਨੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਇਹ ਤਾਂ ਹੋ ਹੀ ਨਹੀਂ ਸਕਦਾ। ਜਿਹੜੇ ਪਰਸੈਂਟੇਜ ਹੈ ਜਿਹੜੀ ਇਹ ਉਹਦੇ ਤੋਂ ਕਮਿਸ਼ਨ ਜਿਹੜਾ ਉਹ ਤਾਂ ਖਾਂਦੇ ਹੀ ਖਾਂਦੇ ਨੇ। ਪਤਾ ਹੀ ਹੈ ਜੀ, ਜਿਹੜੀ ਮਰਜ਼ੀ ਫਾਈਲ ਚੁੱਕ ਲਓ, ਜਿਹੜੀ ਮਰਜ਼ੀ ਫਰੋਲ ਲਓ। ਇਹਨਾਂ ਗੱਲਾਂ ਦਾ ਯਕੀਨ ਜਿਹੜਾ ਜੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੁੰਦਾ ਹੀ ਆ ਕਿ ਇੱਥੋਂ ਦੀ ਇੱਕ ਵਰਤਾਰਾ ਚੱਲਦਾ ਜੀ। ਜਦੋਂ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਉੱਤੇ ਦੂਜੀ ਸਿਆਸੀ ਪਾਰਟੀ ਜਿਹੜੀ ਆ ਉਹ ਦੋਸ਼ ਲਾਉਂਦੀ ਆ ਤੇ ਉਦੋਂ ਬਾਅਦ ਝੱਟ ਦੇਣੀ ਜਿਹੜੀ ਉਹ ਸਿਆਸੀ ਪਾਰਟੀ ਉਸ ਦੋਸ਼ ਨੂੰ ਕੱਟਦੀ ਨਹੀਂ, ਇਹ ਕਹਿ ਦਿੰਦੀ ਆ ਤੁਸੀਂ ਵੀ ਤਾਂ ਇਸ ਟਾਈਮ ਆ ਕੀਤਾ ਹੀ ਸੀਗਾ ਜੀ। ਜੀ ਕਹਿੰਦੇ ਵੀ ਇਸ ਵਾਰ ਤੇਰੀ ਵਾਰੀ ਹੁਣ ਮੇਰੀ ਵਾਰੀ, ਇੱਦਾਂ ਜਿਹੜਾ ਜੀ ਕੰਮ ਚਲਾਈ ਜਾਂਦੇ ਆ। ਮੋਦੀ ਹੁਣਾਂ ਦੀ ਹੁਣ ਪਹਿਲੋਂ ਡਿਗਰੀ ਨੂੰ ਲੈ ਕੇ ਤੇ ਹੁਣ ਜਨਮ ਤਰੀਕ ਨੂੰ ਲੈ ਕੇ ਵੀ ਵਿਵਾਦ ਆ ਜੀ। ਇਹ ਜਿਹੜਾ ਵਿਵਾਦ ਆ ਜੀ ਉਹ ਛੋਟਾ ਮੋਟਾ ਜਿਹੜਾ ਇਹਨਾਂ ਦਾ ਚੱਲੀ ਹੋਈ ਜਾਂਦਾ ਜੀ। ਹੁਣ ਜਿਹੜਾ ਬਿਲਕੁਲ ਜਿਹੜੀਆਂ ਡਿਗਰੀਆਂ ਦਾ ਮਾਮਲਾ ਸੀਗਾ ਜੀ ਉਹ ਵੀ ਹੈ ਤਾਂ ਚਰਚਿਤ ਆ, ਉਹ ਵੀ ਅਜੇ ਵੀ ਜਿਹੜਾ ਜੀ ਉਹ ਚੱਲੀ ਜਾਂਦਾ। ਪਰ ਹੁਣ ਜਿਹੜੀ ਆ ਜੀ ਡੇਟ ਆਫ ਬਰਥ ਨੂੰ ਲੈ ਕੇ ਜਿਹੜਾ ਉਹ ਰੌਲਾ ਪੈ ਗਿਆ, ਸਵਾਲ ਫਿਰ ਉੱਥੇ ਹੀ ਆ ਜਾਂਦਾ ਜੀ। ਮਤਲਬ ਕਿ ਅਸਲ ਮੁੱਦੇ ਜਿਹੜੇ ਨੇ ਉਹ ਕੀ ਨੇ ਇਸ ਵੇਲੇ। ਜਿਹੜੇ 8 ਤੋਂ ਰਾਜ ਜਿਹੜੇ ਨੇ ਜੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਸੋਕਾ ਪੀੜਤ ਨੇ ਜੀ। ਪਾਣੀ ਪੀਣ ਵਾਲਾ ਲੋਕਾਂ ਦੇ ਕੋਲੇ ਜਿਹੜਾ ਹੈ ਨੀਗਾ। ਉੱਤਰਾਖੰਡ ਦੇ ਜੰਗਲਾਂ ਨੂੰ ਲੱਗੀ ਹੋਈ ਜਿਹੜੀ ਅੱਗ ਹੈ ਜੀ ਉਹ ਇੱਥੇ ਸਾਡੇ ਹਿਮਾਚਲ ਤੱਕ ਪਹੁੰਚ ਗਈ ਆ। ਹਿਮਾਚਲ ਦੇ ਸਕੂਲ ਨੂੰ ਵੀ ਅੱਗ ਜਿਹੜੀ ਜੀ ਉਹ ਲੱਗ ਗਈ, ਬੱਚੇ ਉੱਥੋਂ ਜਿਹੜੇ ਉਹ ਕੱਢੇ ਗਏ। ਲੋਕਾਂ ਦੀ ਜਾਨ ਜਿਹੜੀ ਆ ਜੀ ਉਹ ਜੋਖਮ 'ਚ ਪਈ ਹੋਈ ਆ। ਸਿਆਸਤਦਾਨ ਜਿਹੜੇ ਨੇ ਜੀ ਉਹ ਇਸ ਗੱਲ ਦੇ ਉੱਤੇ ਬਹਿਸ ਜਿਹੜੀ ਆ ਜੀ ਉਹ ਕਰ ਰਹੇ ਨੇ ਕਿ ਕਿਹਦੀ ਡਿਗਰੀ ਠੀਕ ਹੈ, ਕਿਹਦਾ ਡੇਟ ਆਫ ਬਰਥ ਗਲਤ ਹੈ ਜੀ। ਜੀ ਤੇ ਪੰਜਾਬ ਦੇ ਨੇੜਲੇ ਸੂਬਿਆਂ ਦੇ ਵਿੱਚ ਵੀ ਹੁਣ ਗਰਮੀ ਦਾ ਵੀ ਚੰਗਾ ਕਹਿਰ ਪੈ ਰਿਹਾ। ਬਿਲਕੁਲ ਜੀ, ਗਰਮੀ ਸਿਖਰ ਤੇ ਹੈ। ਗਰਮੀ ਦਾ ਇਹ ਟਾਈਮ ਹੈ ਤੋਂ ਜਿਹੜਾ ਜੀ ਟੈਂਪਰੇਚਰ ਸੀਗਾ ਕੱਲ ਦਾ ਉਹ 42 ਡਿਗਰੀ ਨੂੰ 42 ਨੂੰ ਜਿਹੜਾ ਜੀ ਉਹ ਛੂਹ ਗਿਆ ਪੰਜਾਬ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜਾ ਜੀ ਇਹ ਤਾਪਮਾਨ 44 ਡਿਗਰੀ ਨੂੰ ਜਿਹੜਾ ਉਹ ਗਿਆ। ਮੌਸਮ ਵਿਭਾਗ ਕਹਿੰਦਾ ਜੀ ਕੁਝ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ। ਉਂਝ ਵੈਸੇ ਕੱਲ ਹਨੇਰੀ ਜਿਹੜੀ ਆ ਜੀ ਉਹ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਘੱਟੇ ਮਿੱਟੀ ਵਾਲੀ ਜਿਹੜੀ ਆ ਜੀ ਉਹ ਆਈ ਆ। ਮੀਂਹ ਨਹੀਂ ਕਿਸੇ ਜਗ੍ਹਾ ਦੇ ਉੱਤੇ ਪਿਆ। ਕੁਝ ਮੀਂਹ ਪੈਣ ਦੇ ਆਸਾਰ ਜਿਹੜੇ ਆ ਉਹ ਦੱਸੀ ਦੇ ਨੇ। ਪੈਣਾ ਚਾਹੀਦਾ, ਸ਼ਾਇਦ ਕੁਦਰਤ ਜਿਹੜੀ ਆ ਜੀ ਉਹ ਇਸ ਅੱਗ ਤੋਂ ਮੀਂਹ ਦੇ ਨਾਲ ਬਚਾ ਲਵੇ, ਨਹੀਂ ਤਾਂ ਅਦਰਵਾਈਜ਼ ਬਹੁਤ ਵੱਡੀ ਮੁਸੀਬਤ ਜਿਹੜੀ ਆ ਜੰਗਲਾਂ ਨੂੰ ਲੱਗੀ ਅੱਗ ਦੀ ਜਿਹੜੀ ਉਹ ਲੋਕਾਂ ਨੂੰ ਘੇਰੀ ਜਾ ਰਹੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਜੁੜ ਕੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਬੰਦਾ ਸੌਂ ਗਿਆ ਘੜੀ ਸੀ ਨਹੀਂ ਸੁੱਤੀ, ਚਾਲ ਆਪਣੀ ਤੁਰੀ ਸੀ ਗਈ ਉਹ ਤਾਂ ਜੀ। ਬੰਦਾ ਸੌਂ ਗਿਆ ਘੜੀ ਸੀ ਨਹੀਂ ਸੁੱਤੀ, ਚਾਲ ਆਪਣੀ ਤੁਰੀ ਸੀ ਗਈ ਉਹ ਤਾਂ। ਸੌਣਾ ਜਾਣੇ ਨਹੀਂ ਜਾਣੇ ਨਾ ਥੱਕਣਾ ਉਹ, ਵਾਹਵਾ ਵਸਤ ਕਮਾਲ ਹੈ ਬਈ ਉਹ ਤਾਂ। ਕੁੰਝ ਜਾਵੇ ਨਹੀਂ ਵਕਤ ਤੋਂ ਕਦੇ ਬੰਦਾ, ਇਸੇ ਕੰਮ ਨੂੰ ਮੁੱਲ ਸੀ ਲਈ ਉਹ ਤਾਂ। ਸੁੱਤੇ ਹੋਇਆਂ ਅਲਾਰਮ ਜੇ ਮਾਰਦੀ ਆ ਉਦੋਂ ਬੁਰੀ ਲੱਗਦੀ ਕੋਲ ਪਈ ਉਹ ਤਾਂ ਜੀ। ਘੜੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ, ਪੁਰਜ਼ੇ ਵਾਂਗ ਹੈ ਇਹਨੂੰ ਘੁਮਾਈ ਜਾਂਦੀ। ਘੜੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ, ਪੁਰਜ਼ੇ ਵਾਂਗ ਹੈ ਇਹਨੂੰ ਘੁਮਾਈ ਜਾਂਦੀ। ਕੋਈ ਘੜੀ ਸੀ ਘੜੀ ਤੇ ਪਹਿਰ ਵਾਲੀ, ਉਹਦੀ ਯਾਦ ਹੈ ਬੰਦੇ ਨੂੰ ਆਈ ਜਾਂਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।